Morning everyone. Today we study chapter number 28 of Punjab economy, financial system of Punjab. यहाँ पर हमारे पास लास्ट चैप्टर है हमारी क्लास 11th का इकोनॉमिक्स का ये सबसे लास्ट चैप्टर है। इसके साथ हमारा सिलेबस ओवर हो जाएगा। ठीक है, तो चैप्टर है क्या कहता है, चैप्टर में कहता है कि पंजाब सरकार की जो फाइनेंशियली कंडीशन है उसके बारे में हम बात करेंगे। ठीक है, इसमें हमारे पास इंट्रोडक्शन होगी और कहाँ कहाँ से पंजाब गवर्नमेंट को इनकम आती है और गवर्नमेंट कहाँ कहाँ पर है, उसका क्या खर्चा करती है और लास्ट में उसके क्या उसकी सिचुएशन है, फिजिकल सिचुएशन कैसी है कि इनकम प्राप्त करने के बाद कि कहाँ पर खर्चे करती है, खर्चे करने के बाद उन दोनों में जो बैलेंस है ज़्यादा है, अच्छा है या बुरा है, कैसी कंडीशन है, वो हम इस पॉइंट में पढ़ेंगे। ठीक है, फर्स्ट है हमारे पास इंट्रोडक्शन। कहता है कि जो पंजाब सरकार है ਭਾਰਤ ਪ੍ਰਣਾਲੀ ਵਿੱਚ ਕਹਿੰਦਾ ਕੇਂਦਰ ਅਤੇ ਰਾਜ ਸਰਕਾਰ ਦੋਨੋਂ ਹੀ ਕਹਿੰਦਾ ਨਿਰਵਿਘਨ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਆਰਥਿਕ ਖੇਤਰ 'ਚ ਕੰਮ ਕਰਦੀਆਂ ਹਨ। ਭਾਰਤੀ ਸੰਵਿਧਾਨ ਵਿੱਚ ਸੰਘੀ ਅਤੇ ਰਾਜ ਸਰਕਾਰ ਵਿਚਕਾਰ ਵਿੱਤੀ ਸ਼ਕਤੀਆਂ ਦੀ ਸਾਫ਼ ਵੰਡ ਕੀਤੀ ਜਾਂਦੀ ਹੈ। ਮਤਲਬ ਕਿ ਵਿੱਤੀ ਸ਼ਕਤੀਆਂ ਮਤਲਬ ਕਿ ਜਿਹੜੀ ਫਾਈਨੈਂਸ਼ੀਅਲੀ ਪਾਵਰਸ ਹੁੰਦੀਆਂ ਉਹਨਾਂ ਨੂੰ ਅਲੱਗ-ਅਲੱਗ ਕੀਤਾ ਜਾਂਦਾ ਹੈ। ਠੀਕ ਹੈ, ਰਾਜ ਸਰਕਾਰ ਨੂੰ ਕੁਝ ਕਰ ਮਤਲਬ ਕਿ ਟੈਕਸ ਪ੍ਰਦਾਨ ਕੀਤੇ ਜਾਂਦੇ ਨੇ ਜਿਹੜੇ ਕਿ ਉਸ ਦੁਆਰਾ ਹੀ ਲਗਾਏ ਤੇ ਇਕੱਠੇ ਕੀਤੇ ਜਾਂਦੇ ਹਨ। ਮਤਲਬ ਕਿ ਰਾਜ ਸਰਕਾਰ ਅਲੱਗ-ਅਲੱਗ ਜਗ੍ਹਾ ਤੋਂ ਟੈਕਸਿਸ ਇਕੱਠੇ ਕਰਦੀ ਹੈ ਜੋ ਕਿ ਉਹਨੇ ਹੀ ਫਿਕਸ ਕੀਤੇ ਹੁੰਦੇ, ਕਿੰਦੇ ਕਿੰਦੇ ਤੇ ਲੱਗਣੇ ਆ, ਕਿਵੇਂ ਕਿਵੇਂ ਲੱਗਣੇ, ਉਹ ਕਈ ਤਰ੍ਹਾਂ ਦਾ ਹੁੰਦਾ ਹੈ, ਜਿਵੇਂ ਕਿ GST ਹੋ ਗਿਆ, ਵੈਟ ਹੋ ਗਿਆ, ਪ੍ਰੋਪਰਟੀਜ਼ ਤੇ ਹੋ ਗਿਆ, ਕਾਫੀ ਤਰ੍ਹਾਂ ਦੇ ਹੁੰਦੇ ਉਹ ਕਲੈਕਟ ਕਰਦੀ ਹੈ। ਠੀਕ ਹੈ, ਔਰ ਦੂਜਾ ਤਰੀਕਾ ਹੋਰ ਹੈ ਪੈਸੇ ਇਕੱਠੇ ਕਰਨ ਦਾ ਗਵਰਨਮੈਂਟ ਕੋਲ, ਉਹ ਕੇਂਦਰ ਸਰਕਾਰ ਦੇ ਟੈਕਸ ਦੀ ਆਮਦਨ ਦਾ ਵੀ ਇੱਕ ਹਿੱਸਾ ਪਾਉਂਦੇ ਨੇ ਤੇ ਕੁਝ ਹੋਰ ਟੈਕਸ ਵੀ ਹੁੰਦੇ ਹਨ ਜੋ ਯੂਨੀਅਨ ਦੁਆਰਾ ਲਗਾਏ ਜਾਂਦੇ ਹਨ ਤੇ ਉਹ ਵੀ ਇਕੱਠੇ ਕੀਤੇ ਜਾਂਦੇ ਹਨ, ਜਿਹਦੇ ਨਾਲ ਕੀ ਇਹ ਪੂਰੇ ਰਾਜਾਂ ਦੀ ਆਮਦਨੀ ਇਕੱਠੀ ਹੋ ਜਾਂਦੀ ਹੈ। ਹਰ ਇੱਕ ਰਾਜ ਇੱਦਾਂ ਹੀ ਆਪਣੀ ਕਲੈਕਸ਼ਨ ਕਰਦਾ ਹੈ, ਰਿਸਿਪਟ ਪ੍ਰਾਪਤੀਆਂ ਕਰਦਾ ਹੈ, ਜਿਹਨੂੰ ਆਮਦਨ ਦਾ ਰੂਪ ਕਿਹਾ ਜਾਂਦਾ ਹੈ। ਠੀਕ ਹੈ, ਇਸ ਤੋਂ ਇਲਾਵਾ ਰਾਜਾਂ ਨੇ ਕੇਂਦਰ ਸਰਕਾਰ ਨੇ ਆਪਣੀ ਆਮਦਨ ਦੀ ਸਹਾਇਤਾ ਲਈ ਗ੍ਰਾਂਟ ਪ੍ਰਾਪਤ ਕੀਤੀ ਹੋਈ ਹੈ। ਸਰਕਾਰ ਦੋਹਾਂ ਪੱਧਰਾਂ ਉੱਤੇ ਤਬਦੀਲੀ ਦੀ ਰਕਮ ਵਿੱਚ ਹੋਰ ਵਾਧਾ ਕਰਦੇ ਨੇ, ਮਤਲਬ ਕਿ ਉਹਨਾਂ ਨੂੰ ਗ੍ਰਾਂਟਾਂ ਵੀ ਮਿਲਦੀਆਂ ਨੇ ਕੇਂਦਰ ਸਰਕਾਰਾਂ ਤੋਂ, ਸੈਂਟਰਲ ਗਵਰਨਮੈਂਟ ਤੋਂ, ਕਿ ਤੁਸੀਂ ਮਤਲਬ ਕਿ ਅਗਰ ਮੈਂ ਇੱਕ ਰਾਜ ਦਾ ਅਗਰ MLA ਹੈ, ਉਹ ਕਹਿੰਦਾ ਕਿ ਮੈਂ ਆਪਣੇ ਪੰਜਾਬ ਦੇ ਵਿੱਚ ਜਾਂ ਆਪਣੀ ਸਟੇਟ ਦੇ ਵਿੱਚ ਕੁਛ ਵੀ ਨया ਕਰਨਾ ਚਾਹੁੰਦਾ ਤਾਂ ਉਹਨੂੰ ਫਿਰ ਕੇਂਦਰ ਸਰਕਾਰ ਤੋਂ ਕੀ ਮਿਲਦੀ ਹੈ, ਗ੍ਰਾਂਟ ਮਿਲਦੀ ਹੈ। ਉਹ ਵੀ ਇਸ ਰੂਪ ਦੇ ਵਿੱਚ, ਉਹ ਵੀ ਵਿੱਤੀ ਸਹਾਇਤਾ ਦੇ ਵਿੱਚ ਜੁੜ ਜਾਂਦੇ ਹਨ। ਪੰਜਾਬ ਸਰਕਾਰ ਦੀ ਸਥਿਤੀ ਨੂੰ ਵਧਾਉਣ ਵਿੱਚ ਸਾਨੂੰ ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਨੂੰ ਵਧਾਉਣ ਲਈ ਸਾਨੂੰ ਰਾਜ ਦੀ ਕੁੱਲ ਜਿਹੜੀ ਬਜਟ ਸਥਿਤੀ ਦਾ ਧਿਆਨ ਕਰਨਾ ਪਏਗਾ। ਟੋਟਲ ਕਿੱਥੋਂ ਕਿੱਥੋਂ ਇਕੱਠੀ ਹੁੰਦੀ ਹੈ ਸਾਰੀ ਇਨਕਮ, ਉਹਦਾ ਆਪਾਂ ਬਾਰੇ ਪੜਾਂਗੇ। ਠੀਕ ਹੈ, ਜਿਸ ਵਿੱਚ ਧਿਆਨ ਦੇ ਖਾਤੇ ਦੀ ਪ੍ਰੀਖਿਆ, ਪੂੰਜੀ ਖਾਤਾ ਅਤੇ ਰਾਜ ਸਰਕਾਰ ਦੇ ਬਜਟ ਵਿੱਚ ਸਾਰੇ ਬਕਾਇਆਂ ਦੀ ਜਾਂਚ ਸ਼ਾਮਿਲ ਹੈ। ਠੀਕ ਹੈ, ਹੁਣ ਪਹਿਲੇ ਨੰਬਰ 'ਤੇ ਆਪਣੇ ਕੋਲ ਹੈ ਕਿ ਸੋਰਸਿਸ ਕੀ ਨੇ ਇਨਕਮ ਆਫ ਪੰਜਾਬ ਗਵਰਨਮੈਂਟ। ਇਹਨਾਂ ਪਰ ਰਿਸਿਪਟ ਵੀ ਕਹਿ ਸਕਦੇ ਹਾਂ ਕਿ ਕਿੱਥੋਂ ਕਿੱਥੋਂ ਆਉਂਦੀਆਂ ਨੇ। ਠੀਕ ਹੈ, ਪੇਮੈਂਟ ਰਿਸਿਪਟ ਜਾਂ ਪੰਜਾਬੀ 'ਚ ਪ੍ਰਾਪਤੀਆਂ ਵੀ ਕਹਿ ਸਕਦੇ ਹਾਂ ਕਿ ਗਵਰਨਮੈਂਟ ਨੂੰ ਕਿੱਥੋਂ ਕਿੱਥੋਂ ਇਨਕਮ ਆਉਂਦੀ ਹੈ। ਠੀਕ ਹੈ, ਪਹਿਲੇ ਆਪਣੇ ਕੋਲ ਹੈ, ਇਹਨੂੰ ਦੋ ਤਰ੍ਹਾਂ ਦੇ ਵਿੱਚ ਵੰਡਿਆ ਗਿਆ। ਠੀਕ ਹੈ, ਪਹਿਲਾ ਆਮਦਨ ਖਾਤਾ, ਦੂਜਾ ਪੂੰਜੀ ਖਾਤਾ। ਠੀਕ ਹੈ, ਰੈਵਨਿਊ ਅਕਾਊਂਟ ਐਂਡ ਕੈਪੀਟਲ ਅਕਾਊਂਟ, ਰੈਵਨਿਊ ਅਕਾਊਂਟ ਐਂਡ ਕੈਪੀਟਲ ਅਕਾਊਂਟ। ਰੈਵਨਿਊ ਅਕਾਊਂਟ ਵਿੱਚ ਕਹਿੰਦਾ ਕਿ ਅਸੀਂ ਟੈਕਸਾਂ ਦੀ ਆਮਦਨ ਤੇ ਇਸ ਤੋਂ ਇਲਾਵਾ ਹੋਰ ਖਰਚਿਆਂ ਵਿੱਚ ਜੋੜਿਆ ਜਾਂਦਾ। ਉਹ ਕਿਸ ਤਰ੍ਹਾਂ ਦੇ, ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਟੈਕਸਿਸ, ਇੱਕ ਗੈਰ ਟੈਕਸਿਸ। ਠੀਕ ਹੈ, ਉਹਨਾਂ ਦੋਨਾਂ ਬਾਰੇ ਗੱਲ ਕਰਾਂਗੇ। ਆਪਾਂ ਗੱਲ ਕਰ ਰਹੇ ਹਾਂ ਰੈਵਨਿਊ ਜਿਹੜਾ ਆਪਣੇ ਕੋਲ ਅਕਾਊਂਟ ਹੈ। ਠੀਕ ਹੈ, ਉਹਦੀ ਗੱਲ ਕਰ ਰਹੇ ਹਾਂ। ਰੈਵਨਿਊ ਅਕਾਊਂਟ ਕਿੱਥੋਂ ਕਿੱਥੇ ਹੁੰਦਾ, ਦੋ ਤਰ੍ਹਾਂ ਦਾ ਹੁੰਦਾ। ਠੀਕ ਹੈ, ਟੈਕਸ ਕਰ ਔਰ ਨੌਨ ਟੈਕਸਿਸ ਕਰ। ਠੀਕ ਹੈ, ਟੈਕਸ ਕਰ ਆਮਦਨ ਤੇ ਗੈਰ ਕਰ ਆਮਦਨ। ਠੀਕ ਹੈ, ਪਹਿਲਾਂ ਟੈਕਸ ਰੈਵਨਿਊ ਦੀ ਗੱਲ ਕਰਦੇ ਆ। ਕਿਹੜੇ ਕਿਹੜੇ ਹੁੰਦੇ ਆ ਤੁਹਾਨੂੰ ਪਤਾ ਹੀ ਹੈ, ਪੰਜਾਬ ਸਰਕਾਰ ਜਾਂ ਫਿਰ ਕੋਈ ਵੀ ਸਰਕਾਰ ਕਿਹੜੇ ਕਿਹੜੇ ਟੈਕਸ ਕਿਵੇਂ ਕਿਵੇਂ ਲਗਾਉਂਦੀ ਹੈ, ਉਹ ਟੈਕਸਿਸ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਪਹਿਲਾ ਲੈਂਡ ਰੈਵਨਿਊ, ਅਗਰ ਤੁਸੀਂ ਕੋਈ ਖੇਤੀਬਾੜੀ ਲੈ ਰਹੇ ਹੋ, ਉਹਦੇ ਪ੍ਰੋਡਕਸ਼ਨ ਕਰ ਰਹੇ ਹੋ, ਕਿੰਨੀ ਪ੍ਰੋਡਕਸ਼ਨ ਕਰ ਰਹੇ ਹੋ, ਠੀਕ ਹੈ, ਤੁਹਾਡਾ ਉਹਦੇ 'ਚ ਕਿੰਨਾ ਹਿੱਸਾ ਹੈ, ਕਿੰਨੀ ਤੁਸੀਂ ਮਾਤਰਾ ਵਿੱਚ ਮਤਲਬ ਕਿ ਪੇਮੈਂਟ ਕਲੈਕਟ ਕਰ ਰਹੇ ਹੋ, ਸਰਕਾਰ ਉਸ ਕਪੈਸਿਟੀ ਦੇ ਅਕੋਰਡਿੰਗ ਉਹਦੇ 'ਤੇ ਕੀ ਲੈਂਦੀ ਹੈ, ਟੈਕਸ ਲੈਂਦੀ ਹੈ। ਤੁਸੀਂ ਕਿੰਨੇ ਜਗ੍ਹਾ ਦੇ ਵਿੱਚ ਰਹਿ ਰਹੇ ਹੋ, ਉਸ ਜਗ੍ਹਾ ਦਾ ਉਹ ਟੈਕਸਿਸ ਲੈਂਦੀ ਹੈ। ਠੀਕ ਹੈ, ਹਰ ਤਰ੍ਹਾਂ ਦੇ ਲੈਂਡ ਤੇ ਰੈਵਨਿਊ ਆਦਾ ਲਗਾ ਕੇ ਆਪਣੀ ਇਸ ਤਰੀਕੇ ਨਾਲ ਕੀ ਹੈ ਭੂਮੀ ਇਕੱਠੀ ਕਰਦੀ ਹੈ। ਠੀਕ ਹੈ, ਕਹਿੰਦਾ 2018-19 ਦੇ ਵਿੱਚ ਇਹ 10 ਕਰੋੜ ਤੱਕ ਮਤਲਬ ਕਿ ਇਹਨੇ ਕਲੈਕਟ ਕਰ ਲਿਆ ਸੀ, ਤੋਂ ਵੱਧ ਮਤਲਬ ਕਿ ਪਹਿਲਾਂ 67.82 ਕਰੋੜ ਸੀ ਤੇ 67.82 ਕਰੋੜ ਦੇ ਵਿੱਚ 10 ਕਰੋੜ ਹੋਰ ਵੱਧ ਗਿਆ 18-19 ਵਿੱਚ ਆਉਂਦੇ ਮਤਲਬ ਕਿ 70.82 ਕਰੋੜ ਹੋ ਗਿਆ। ਠੀਕ ਹੈ,
ਉਸ ਤੋਂ ਬਾਅਦ ਗੱਲ ਕਰਦੇ ਹਾਂ ਵੈਟ, ਜੋ ਕਿ ਹੁਣ GST ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਵੈਲਿਊ ਐਡਿਡ ਟੈਕਸਿਸ। ਜਿਵੇਂ ਕੋਈ ਚੀਜ਼ ਆਪਾਂ ਖਰੀਦਦੇ ਉਹਦੇ 'ਚ ਜਿਹੜੀ ਵੈਲਿਊ ਐਡਿਡ ਹੁੰਦੀ ਹੈ, ਠੀਕ ਹੈ, ਉਹਦੀ ਮਤਲਬ ਕਿ ਖਰੀਦਦਾਰੀ ਤੋਂ ਬਾਅਦ ਉਹਦੀ ਜਿਹੜੀ ਵੈਲਿਊ ਐਡਿਡ ਕਰਕੇ ਉਹਦੇ 'ਚ ਟੈਕਸ ਲਗਾਇਆ ਜਾਂਦਾ ਹੈ, ਉਹਨੂੰ ਕਿਹਾ ਗਿਆ ਵੈਟ ਟੈਕਸਿਸ। ਠੀਕ ਹੈ, ਜਾਂ ਫਿਰ ਉਹਨੂੰ ਨਾਮ ਦਿੱਤਾ ਗਿਆ GST। ਠੀਕ ਹੈ, ਹੁਣ ਦੀ ਗੱਲ ਕੀਤੀ ਕਿ ਕਹਿੰਦਾ 18-19 ਵਿੱਚ ਕਹਿੰਦਾ GST ਦਾ ਹਿੱਸਾ 21,04,40,55 ਕਰੋੜ ਸੀ, ਤੇ ਵੈਟ ਦੇ ਅਨੁਮਾਨ ਦੇ ਅਨੁਸਾਰ 18-19 ਦੇ ਵਿੱਚ ਇਹ ਘਟ ਕੇ ਕਿੰਨਾ ਹੋ ਗਿਆ, ਰਹਿ ਗਿਆ 6,333 ਕਰੋੜ ਰੁਪਏ ਹੋ ਗਿਆ ਸੀ। ਠੀਕ ਹੈ, ਇਹਦੇ ਡਾਟਾਸ ਲਿਖੇ ਹੋਏ ਨੇ। ਨੈਕਸਟ ਹੈ ਰਾਜ ਉਤਪਾਦ ਕਰ, ਸਟੇਟ ਐਕਸਾਈਜ਼ ਡਿਊਟੀ। ਕਹਿੰਦਾ ਇਹ ਆਮਦਨ ਦਾ ਇੱਕ ਹੋਰ ਮਹੱਤਵਪੂਰਨ ਸਰੋਤ ਹੈ। ਇਸ ਤਰੀਕੇ ਨਾਲ ਵੀ ਐਕਸਾਈਜ਼ ਡਿਊਟੀ ਨਾਲ ਵੀ ਕੀ ਹੈ, ਰਾਜ ਦੇ ਉਤਪਾਦ ਮਤਲਬ ਕਿ ਪ੍ਰੋਡਕਸ਼ਨ ਦੇ ਉੱਤੇ ਜਿਹੜਾ ਲਗਾਉਂਦੀ ਹੈ, ਉਹ ਵੀ ਇਸ ਤਰੀਕੇ ਨਾਲ ਵੀ ਹੈ ਗਵਰਨਮੈਂਟ ਕੀ ਕਰਦੀ ਹੈ, ਆਪਣੇ ਟੈਕਸਿਸ ਆਪਣੀ ਇਨਕਮ ਕਲੈਕਟ ਕਰਦੀ ਹੈ। ਠੀਕ ਹੈ, ਨੈਕਸਟ ਹੈ ਸ਼ੇਅਰ ਇਨ ਦਾ ਸੈਂਟਰਲ ਟੈਕਸਿਸ। ਕੇਂਦਰ ਕਰਾਂ ਵਿੱਚ ਵੀ ਹਿੱਸਾ ਹੁੰਦਾ। ਤੁਹਾਨੂੰ ਦੱਸਿਆ ਹੀ ਕਿ ਜਿਹੜੀ ਆਪਣੀ ਗਵਰਨਮੈਂਟ ਹੈ, ਰਾਜ ਸਰਕਾਰ ਹੈ, ਉਹ ਆਪਣੀ ਕੇਂਦਰ ਸਰਕਾਰ ਤੋਂ ਵੀ ਟੈਕਸਿਸ ਲੈਂਦੀ ਹੈ। ਅਗਰ ਉੱਥੋਂ ਕੋਈ ਚੀਜ਼ ਆ ਰਹੀ ਹੈ, ਕੋਈ ਜਾ ਰਹੀ ਹੈ, ਆਉਣ ਜਾਣ ਦੇ ਬੋਰਡਰ ਏਰੀਆ ਨੂੰ ਕ੍ਰੋਸ ਕਰਨ ਦੇ ਕਸਟਮ ਡਿਊਟੀਜ਼ ਦੇ, ਉਹ ਸਾਰੇ ਟੈਕਸਿਸ ਜੋ ਲਗਾਏ ਜਾਂਦੇ ਹਨ, ਉਹ ਟੈਕਸਿਸ ਨੂੰ ਇਹਨਾਂ ਦੇ ਵਿੱਚ ਇਨਕਲੂਡ ਕੀਤਾ ਜਾਂਦਾ ਹੈ। ਠੀਕ ਹੈ, ਨੈਕਸਟ ਇਜ਼ ਸਟੈਂਪ ਡਿਊਟੀ ਰਜਿਸਟ੍ਰੇਸ਼ਨ। ਤੁਸੀਂ ਕੋਈ ਵੀ ਘਰ ਦੀ ਜਾਂ ਫਿਰ ਦੁਕਾਨ ਦੀ ਜਾਂ ਮਕਾਨ ਦੀ ਕੋਈ ਰਜਿਸਟਰੀ ਕਰਾਉਂਦੇ ਹੋ ਜਿਹਦੇ ਤੋਂ ਕੋਰਟ ਦੀ ਫੀਸ ਲੱਗਦੀ ਹੈ, ਉਹ ਕਾਫੀ ਤਰ੍ਹਾਂ ਤਰੀਕਿਆਂ ਨਾਲ ਕੀਤੀ ਜਾਂਦੀ। ਜਿਵੇਂ ਪਹਿਲਾਂ ਕਹਿੰਦਾ ਕਿ ਕੋਰਟ ਫੀਸ ਨਾਲ, ਕਚਹਿਰੀਆਂ ਦੇ ਪਟੀਸ਼ਨਾਂ ਦੇ ਮੈਦਾਨ ਉੱਤੇ ਮੋਹਰ ਲਗਾਉਣਾ, ਦੂਸਰਾ ਜ਼ਮੀਨਾਂ ਜਾਂ ਜਾਇਦਾਦਾਂ ਦੀ ਰਜਿਸਟਰੀ ਕਰਾਉਣਾ। ਜਾਂ ਤਾਂ ਤੁਸੀਂ ਮੋਹਰ ਲਗਾਓਗੇ ਜਾਂ ਰਜਿਸਟਰੀ ਕਰਾਓਗੇ, ਉਹਦੇ ਦਸਤਾਵੇਜ਼ ਦੀ ਜਿਹੜੀ ਪੂਰੀ ਪ੍ਰੋਫਾਈਲ ਤਿਆਰ ਕਰਨ ਦੇ ਬਾਅਦ ਜੋ ਖਰਚਾ ਲਿੱਤਾ ਜਾਂਦਾ, ਸਟੈਂਪਾਂ ਲੱਗਦੀਆਂ ਨੇ, ਉਹਨੂੰ ਕਿਹਾ ਗਿਆ ਸਟੈਂਪ ਡਿਊਟੀ ਦੇ ਰਜਿਸਟ੍ਰੇਸ਼ਨ। ਇਹ ਵੀ ਇੱਕ ਵੇ ਹੈ ਇਨਕਮ ਕਲੈਕਟ ਕਰਨ ਦਾ। ਠੀਕ ਹੈ, ਸਟੈਂਪ ਡਿਊਟੀ ਔਰ ਪੰਜੀਕਰਨ। ਠੀਕ ਹੈ, ਨੈਕਸਟ ਹੈ ਆਪਣੇ ਕੋਲ, ਨੈਕਸਟ ਹੈ ਮੋਟਰ ਵਾਹਨਾਂ ਉੱਤੇ ਟੈਕਸ। ਹਾਂਜੀ, ਜੋ ਤੁਸੀਂ ਕੋਈ ਵੀ ਮੋਟਰ ਵਗੈਰਾ ਮਤਲਬ ਕਿ ਬਾਈਕ, ਸਾਈਕਲ, ਕਾਰਾਂ ਜਾਂ ਕੋਈ ਵੀ ਆਪਾਂ ਲੈਂਦੇ ਦੀ ਖਰੀਦ ਕਰਦੇ ਹਾਂ, ਲਾਇਸੈਂਸ ਬਣਾਉਂਦੇ ਆ ਜਾਂ ਉਹਨਾਂ ਰਿਲੇਟਡ ਜੋ ਆਪਣੇ ਕੋਲ ਉਹਨਾਂ ਦਾ ਟੈਕਸਿਸ ਲੱਗਦੇ ਨੇ। ਠੀਕ ਹੈ, ਗਵਰਨਮੈਂਟ ਜੋ ਉਹਨਾਂ ਦੇ ਟੈਕਸ ਲੈਂਦੀ, ਪੋਲੂਸ਼ਨ ਟੈਕਸ ਲੈਂਦੀ ਆ, ਉਹ ਹਰ ਤਰ੍ਹਾਂ ਦਾ। ਠੀਕ ਹੈ, ਉਹ ਕਮਾਈ ਵੀ ਇਹਦੇ ਵਿੱਚ ਜੁੜ ਜਾਂਦੀ ਹੈ। ਉਹ ਕਮਾਈ ਵੀ ਇਹ ਕਿਹਦੇ ਵਿੱਚ ਆਪਣੇ ਕੋਲ ਜੁੜ ਜਾਂਦੀ, ਰੈਵਨਿਊ ਇਨਕਮ ਦੇ ਵਿੱਚ, ਅਕਾਊਂਟ ਦੇ ਵਿੱਚ ਜੁੜ ਜਾਂਦੀ ਹੈ ਇਨ ਦਾ ਵੇ ਆਫ ਦਾ ਟੈਕਸਿਸ। ਠੀਕ ਹੈ, ਨੈਕਸਟ ਮਨੋਰੰਜਨ ਟੈਕਸਿਸ। ਹਾਂਜੀ, ਜੇ ਤੁਸੀਂ ਮਨੋਰੰਜਨ ਵਾਸਤੇ ਮਤਲਬ ਕਿ ਪਰਮਿਸ਼ਨ ਲੈਣੀ ਗਵਰਨਮੈਂਟ ਕੋਲੋਂ, ਤਾਂ ਉਹ ਜਿਹੜੀ ਹੈ ਟੈਕਸਿਸ ਦੇ ਵਿੱਚ ਉਹ ਵੀ ਜੁੜ ਜਾਂਦੀ, ਉਹਨੂੰ ਵਪਾਰਕ ਮਨੋਰੰਜਨ ਦੇ ਤੌਰ 'ਤੇ ਜੋੜਿਆ ਜਾਂਦਾ ਹੈ। ਜਿਵੇਂ ਕਿ ਫਿਲਮਾਂ ਉੱਤੇ ਟਿਕਟਾਂ ਉੱਤੇ ਟੈਕਸਿਸ ਲੱਗਦੇ ਨੇ। ਠੀਕ ਹੈ, ਖੇਡ ਸਮਾਗਮ ਤੁਸੀਂ ਸਟਾਰਟ ਕਰਨਾ, ਤਾਂ ਉਹਦੇ ਤੋਂ ਜਿਹੜੀ ਟਿਕਟਾਂ ਮਿਲਣਗੀਆਂ ਉਹਦੇ ਤੋਂ ਜਿਹੜੀ ਲੱਗੇਗਾ ਟੈਕਸਿਸ। ਪ੍ਰਦਰਸ਼ਨੀ। ਨੈਕਸਟ ਹੈ ਬਿਜਲੀ ਘਰ, ਮਤਲਬ ਕਿ ਜਿਹੜੀ ਬਿਜਲੀ ਦੀ ਖਪਤ ਪੰਜਾਬ ਦੇ ਵਿੱਚ ਜਿਹੜੇ ਵੀ ਘਰ ਦੇ ਵਿੱਚ ਕੀਤੀ ਜਾਂਦੀ, ਜਿਵੇਂ ਕਿ 2 ਵਾਟ ਦਾ ਅਗਰ ਤੁਹਾਡੇ ਲੱਗਾ ਹੈ, ਮਤਲਬ ਕਿ ਵਾਟ ਦੇ ਅਕੋਰਡਿੰਗ ਜਿਹੜਾ ਲੱਗਦਾ, ਜਿਵੇਂ ਜਿਵੇਂ ਉਹ ਵਾਟ ਵੱਧਦਾ ਜਾਂਦਾ ਹੈ, ਜਿੰਨੀ ਖਪਤ ਉਹਦੀ ਵੱਧਦੀ ਜਾਂਦੀ ਹੈ, ਉਹਦਾ ਖਰਚਾ ਵੀ ਵੱਧਦਾ ਜਾਂਦਾ ਹੈ। ਠੀਕ ਹੈ, ਕਿ ਇੰਨੇ 100 ਯੂਨਿਟ ਤੋਂ ਬਾਅਦ ਇੰਨਾ ਖਰਚਾ ਲੱਗਣ ਲੱਗ ਜਾਏਗਾ, 200 ਯੂਨਿਟਾਂ ਤੋਂ ਬਾਅਦ ਇੰਨਾ ਖਰਚਾ ਲੱਗਣ ਲੱਗ ਜਾਏਗਾ। ਉਹ ਸਾਰਾ ਵੀ ਜਿਹੜਾ ਖਰਚਾ ਹੈ, ਆਮਦਨ ਵੀ ਕਿੱਥੇ ਇਨਕਲੂਡਡ ਹੋ ਜਾਂਦੀ ਹੈ, ਟੈਕਸਿਸ ਦੇ ਵਿੱਚ ਐਡ ਹੋ ਜਾਂਦੀ ਹੈ, ਜੋ ਕਿ ਪੰਜਾਬ ਸਰਕਾਰ ਜਾਂ ਫਿਰ ਕਿਸੇ ਵੀ ਰਾਜ ਦੀ ਕੀ ਬਣਦੀ ਹੈ, ਉਹਦੀ ਇਨਕਮ ਬਣਦੀ ਹੈ। ਠੀਕ ਹੈ, ਇਹ ਹੋ ਗਈ ਇੱਕ ਸਿੱਧੇ ਤਰੀਕੇ ਨਾਲ ਮਤਲਬ ਕਿ ਇਨਕਮ ਕਲੈਕਟ ਕਰਨਾ। ਇਹ ਆਪਣੇ ਕੋਲ 8 ਪੁਆਇੰਟ ਨੇ। ਕਿਹੜੇ ਨੇ? ਫਸਟ ਆਪਾਂ ਪੜ੍ਹਿਆ ਲੈਂਡ ਰੈਵਨਿਊ, ਸੈਕਿੰਡ ਆਪਾਂ ਪੜ੍ਹਿਆ ਵੈਟ ਜਿਹਨੂੰ GST ਦਾ ਨਾਮ ਦਿੱਤਾ ਗਿਆ, ਉਸ ਆਪਾਂ ਪੜ੍ਹਿਆ ਸਟੇਟ ਐਕਸਾਈਜ਼ ਡਿਊਟੀ ਪੜ੍ਹੀ। ਠੀਕ ਹੈ, ਉਸ ਤੋਂ ਬਾਅਦ ਕੇਂਦਰੀ ਟੈਕਸ ਪੜ੍ਹੇ। ਠੀਕ ਹੈ, ਉਸ ਸਟੈਂਪ ਡਿਊਟੀ ਪੜ੍ਹੀ। ਉਸ ਤੋਂ ਬਾਅਦ ਆਪਾਂ ਪੜ੍ਹਿਆ ਮੋਟਰ ਵਾਹਨਾਂ ਉੱਤੇ ਟੈਕਸ, ਫਿਰ ਮਨੋਰੰਜਨ ਟੈਕਸ, ਫਿਰ ਬਿਜਲੀ ਡਿਊਟੀਜ਼। ਠੀਕ ਹੈ, ਇਹ 8 ਤਰ੍ਹਾਂ ਦੇ ਟੈਕਸ ਜੋ ਸਿੱਧੇ ਰੂਪ ਨਾਲ ਕੀ ਹੈ ਗਵਰਨਮੈਂਟ ਆਪਣੇ ਕੋਲ ਲੈਂਦੀ ਔਰ ਆਪਣੀ ਉਹਦੀ ਟੋਟਲ ਰੈਵਨਿਊ ਦੇ ਵਿੱਚ ਐਡ ਕਰ ਲੈਂਦੀ ਹੈ। ਇੱਕ ਹੋਰ ਟੈਕਸਿਸ ਹੈ ਜਿਸ ਤਰੀਕੇ ਨਾਲ ਉਹ ਲੈਂਦੀ ਹੈ, ਜਿਹਨੂੰ ਗੈਰ ਟੈਕਸ ਦਾ ਨਾਮ ਦਿੱਤਾ ਗਿਆ, ਰਿਟਰਨਸ ਦਾ। ਠੀਕ ਹੈ, ਉਹ ਟੈਕਸਿਸ ਲੈਂਦੀ ਹੈ ਪਰ ਉਹਨੂੰ ਟੈਕਸਿਸ ਦੇ ਨਾਮ ਦੇ ਵਿੱਚ ਨਹੀਂ ਇਨਕਲੂਡਡ ਕੀਤਾ ਜਾਂਦਾ। ਫਸਟ ਆਫ ਆਲ ਕੇਂਦਰ ਵੱਲੋਂ ਜਿਹੜੀ ਸਹਾਇਤਾ ਮਿਲਦੀ, ਗ੍ਰਾਂਟਾਂ ਮਿਲਦੀਆਂ ਕਿ ਤੁਸੀਂ ਅਗਰ ਆਦੇ ਸਟੇਟ ਦੇ ਵਿੱਚ ਕੋਈ ਪਾਰਕ ਬਣਾਉਣਾ ਚਾਹੁੰਦੇ ਹੋ, ਸੜਕ ਬਣਾਉਣਾ ਚਾਹੁੰਦੇ ਹੋ, ਕੋਈ ਪ੍ਰੋਜੈਕਟ ਹੈ, ਕੋਈ ਤੁਸੀਂ ਮਤਲਬ ਕਿ ਰਿਵਰ ਹੈ, ਕੋਈ ਮਤਲਬ ਕਿ ਉਹਦੇ ਰਿਲੇਟਡ ਕੋਈ ਵੀ ਕੰਮ ਕਰਨਾ ਚਾਹੁੰਦੇ ਹੋ ਜਿਹਦੇ 'ਚ ਡਿਵੈਲਪਮੈਂਟ ਹੋਵੇਗੀ, ਆਪਣੇ ਕੋਈ ਹੌਸਪੀਟਲ ਬਣਾਉਣਾ ਚਾਹੁੰਦੇ ਹੋ, ਮਤਲਬ ਕਿ ਆਪਣਾ ਜਿਹੜੇ ਆਪਣੇ ਰਾਜ ਦਾ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਉਹ ਉਹਨਾਂ ਕੋਲੋਂ ਕੀ ਹੈ ਗ੍ਰਾਂਟ ਲੈਂਦਾ, ਉਸ ਗ੍ਰਾਂਟ ਨੂੰ ਇਨਕਲੂਡਡ ਕੀਤਾ ਜਾਂਦਾ ਕਿਹਦੇ ਵਿੱਚ, ਹਰ ਸਾਲ ਜਾਂ ਹਰ ਟਾਈਮ ਜਦੋਂ ਵੀ ਉਹਨੂੰ ਲੋੜ ਪੈਂਦੀ ਹੈ ਉਹ ਇਨਕਮ ਦੇ ਵਿੱਚ ਕੀ ਹੈ ਐਡ ਹੋ ਜਾਂਦੀ, ਕਿਉਂਕਿ ਉਹਨੂੰ ਬਾਅਦ 'ਚ ਉਹਨੇ ਖਰਚਾ ਕਰਨਾ, ਖਰਚੇ ਦੇ ਰੂਪ ਵਿੱਚ ਦੇਣਾ ਹੁੰਦਾ। ਠੀਕ ਹੈ, ਤਾਂ ਉਹ ਵੀ ਇਨਕਮ ਜਿਹੜੀ ਹੈ ਉਹਦੇ ਵਿੱਚ ਐਡ ਹੋ ਜਾਂਦੀ ਹੈ। ਨੈਕਸਟ ਆਪਣੇ ਕੋਲ ਆਮ ਸੇਵਾਵਾਂ, ਜਨਰਲ ਸਰਵਿਸਿਜ਼, ਜਿਵੇਂ ਕਿ ਕਹਿੰਦਾ ਸਿੱਖਿਆ,
दवाइयाँ, परिवार कल्याण, सिविल सप्लाई, लॉटरी, पब्लिक काम गतिविधियाँ, सैनिटेशन, ठीक है, पानी सप्लाई, ये सारे इन्हां तो भी उन्हें की है पैसे कमाए जाते हैं। तुसी कोई भी तुसी देखो सिविल हॉस्पिटल जाते 10 रुपये पर्ची दिंदे हो, ਜਾਂ ਸਰਕਾਰੀ ਸਕੂਲ 'ਚ ਐਡਮਿਸ਼ਨ ਵੀ ਲੈਂਦੇ ਆਪਾਂ ਫੰਡ ਦਿੰਦੇ ਹਾਂ ਉੱਥੇ, ਠੀਕ ਹੈ। ਕਾਫੀ ਇਹ ਤਾਂ ਹੈ ਨਹੀਂ ਕਿ ਕੋਈ ਵੀ ਆਪਸ਼ਨ ਹੈ, ਜੇ ਲਾਟਰੀ ਸਿਸਟਮ ਵੀ ਸਰਕਾਰ ਨੇ ਖੋਲਿਆ ਕੋਈ ਵੀ, ਉੱਥੇ ਆਪਾਂ ਪਰਚੀ ਲੈਂਦੇ ਹਾਂ। ਉਹ ਵੀ ਸਾਰੀ ਇਨਕਮ ਜੋ ਹੈ ਆਮ ਸੇਵਾਵਾਂ ਜੋ ਗਵਰਨਮੈਂਟ ਦੇ ਰਹੀ ਹੈ, ਚਾਹੇ ਫ੍ਰੀ ਆਫ ਕੋਸਟ ਦੇ ਰਹੀ ਹੈ, ਪਰ ਉਹਦੇ ਕੀਮਤ ਘੱਟ ਹੈ, ਉਹ ਕੀਮਤ ਵੀ ਕਿਹਦੇ ਵਿੱਚ ਜੁੜ ਜਾਂਦੀ ਹੈ, ਆਪਣੀ ਰੈਵਨਿਊ ਦੇ ਵਿੱਚ ਜੁੜ ਜਾਂਦੀ ਹੈ, ਪੰਜਾਬ ਸਰਕਾਰ ਜਾਂ ਕਿਸੇ ਵੀ ਰਾਜ ਦੀ ਇਨਕਮ ਦੇ ਵਿੱਚ ਜੁੜ ਜਾਂਦੀ ਹੈ। ਨੈਕਸਟ ਹੈ ਵਿਆਜ ਦੀਆਂ ਪ੍ਰਾਪਤੀਆਂ। ਹੁਣ ਦੇਖੋ ਜਦੋਂ ਗਵਰਨਮੈਂਟ ਨੇ ਕਿਸੇ ਨੂੰ ਲੋਨ ਦਿੱਤਾ ਹੋਇਆ, ਠੀਕ ਹੈ, ਲੋਨ ਦਿੱਤਾ ਹੋਇਆ ਕਿਸੇ ਦੂਸਰੇ ਰਾਜ ਨੂੰ ਦਿੱਤਾ ਹੋਇਆ, ਜਾਂ ਫਿਰ ਲੋਕਾਂ ਨੂੰ ਦਿੱਤਾ, ਬੈਂਕਾਂ ਦੇ ਥਰੂ ਦਿੱਤਾ ਹੋਇਆ, ਠੀਕ ਹੈ। ਬੈਂਕਾਂ ਨੇ ਲੋਕਾਂ ਨੇ ਸਰਕਾਰੀ ਬੈਂਕਾਂ ਤੋਂ ਜਾ ਕੇ ਕਾਫੀ ਸਾਰੀ ਇਨਕਮ ਵਿਆਜ ਤੇ ਫੜੀ ਹੁੰਦੀ ਹੈ, ਜਿਹੜੀ ਉਹ ਕੀ ਹੈ ਉਹਦੇ ਜਦੋਂ ਆਪਾਂ ਰਿਟਰਨ ਕਰਨੀ ਹੈ ਤੇ ਵਿਦ ਇੰਟਰਸਟ ਲਾ ਕੇ ਆਪਾਂ ਕਰਦੇ ਹਾਂ, ਠੀਕ ਹੈ। ਤਾਂ ਉਹ ਵੀ ਜਿਹੜੀ ਪ੍ਰਾਪਤੀਆਂ ਨੇ ਉਹਨੂੰ ਵੀ ਟੋਟਲ ਰੈਵਨਿਊ ਦੇ ਵਿੱਚ ਜੋੜ ਲਿੱਤਾ ਜਾਂਦਾ ਹੈ, ਠੀਕ ਹੈ। ਨੈਕਸਟ ਪੰਜਾਬ ਰੋਡਵੇਜ਼, ਇਹਦੇ ਵਿੱਚ ਆਪਾਂ ਬੱਸਿਸ ਨੂੰ ਵੀ ਲੈ ਸਕਦੇ, ਜਿਹੜੀ ਸਰਕਾਰੀ ਬੱਸਿਸ ਨੇ, ਠੀਕ ਹੈ, ਉਹਨਾਂ ਦੀ ਜਿਹੜੀ ਇਨਕਮ ਹੈ ਉਹ ਵੀ ਸਰਕਾਰ ਜੋੜਦੀ ਹੈ ਕਿਹਦੇ ਵਿੱਚ, ਟੋਟਲ ਰੈਵਨਿਊ ਦੇ ਵਿੱਚ, ਠੀਕ ਹੈ। ਬਾਕੀ ਸਾਰੇ ਇਹਨਾਂ ਦੇ ਨਾਲ ਨਾਲ ਡਾਟੇਸ ਦਿੱਤੇ ਹੋਏ ਨੇ, ਠੀਕ ਹੈ। ਅਗਰ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਪੜ੍ਹੋ। ਐਨੀਵੇਜ਼ ਦਾ ਮੀਨਿੰਗ ਹਰ ਕਿਸੇ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹ ਜਿਹੜੇ ਆਪਣੇ ਕੋਲ ਪੁਆਇੰਟਸ ਨੇ ਇਹ ਕਿਹੜੇ ਨੇ, ਗੈਰ ਟੈਕਸਿਸ ਦੇ ਨੇ, ਠੀਕ ਹੈ। ਗੈਰ ਟੈਕਸਿਸ ਵਿੱਚ ਆਪਣੇ ਕੋਲ 4 ਪੁਆਇੰਟ ਆਪਾਂ ਪੜ੍ਹ ਚੁੱਕੇ ਹਾਂ, ਠੀਕ ਹੈ। ਕੇਂਦਰ ਵੱਲੋਂ ਸਰਕਾਰਾਂ ਸਹਾਇਤਾ ਜਿਹੜੀ ਗਰੰਟਾਂ ਦਿੱਤੀਆਂ ਜਾਂਦੀਆਂ ਸਰਕਾਰਾਂ ਨੂੰ, ਆਮ ਸੇਵਾਵਾਂ ਤੇ ਜਿਹੜੇ ਇੰਟਰਸਟ ਹੁੰਦੇ ਨੇ, ਵਿਆਜਾਂ ਲੱਗਦੀਆਂ ਨੇ, ਠੀਕ ਹੈ। ਜਦੋਂ ਕਿਸੇ ਨੂੰ ਇੰਟਰਸਟ ਦਿੰਦੇ ਆਪਾਂ ਲੋਨ ਦਿੰਦੇ ਆ, ਬੈਂਕਾਂ ਦਿੰਦੀਆਂ ਨੇ, ਸਰਕਾਰਾਂ ਕਿਸੇ ਹੋਰ ਸਰਕਾਰਾਂ ਨੂੰ ਦਿੰਦੀਆਂ, ਉਹਦੀਆਂ ਕਮਾਈਆਂ ਪ੍ਰਾਪਤ ਹੁੰਦੀਆਂ। ਤੇ ਪੰਜਾਬ ਰੋਡਵੇਜ਼ ਇਹ ਆਪਣੇ ਨੋਨ। ਹੁਣ ਟੈਕਸਿਸ ਤੇ ਨੋਨ ਟੈਕਸਿਸ ਅਗਰ ਦੋਨੋਂ ਐਡ ਕਰੀਏ ਤਾਂ ਸਾਡਾ ਬਣਦਾ ਹੈ ਰੈਵਨਿਊ ਅਕਾउंट, ठीक है। नेक्स्ट अपने को कैपिटल अकाउंट फर्स्ट ऑफ ऑल इसमें हमारे पास कहता है कि 2 तरह के, ये पंजाबी मीडियम में ऐसे इंग्लिश मीडियम में ही दिया हुआ है, ठीक है। सो ऐसा मत सोचना कि मैं पंजाबी की वीडियो बनाते बनाते इंग्लिश की मीडियम की बनाने लगे, ये आपकी बुक में ही ऐसे दिया हुआ है, ठीक है, इंग्लिश मीडियम में दिया हुआ है। वैसे भी इकोनॉमिक्स के ज़्यादातर वर्ड जो इंग्लिश मीडियम में ही ईजी होते हैं, तो यहाँ पर भी बुक में भी यहाँ पर बाकी सारा चैप्टर इंग्लिश में ही दिया हुआ है, आप अपनी बुक के साथ मैच कर सकते हो, ठीक है। तो कैपिटल अकाउंट क्या होता है? फर्स्ट ऑफ ऑल कैपिटल अकाउंट का मतलब ये होता है जहाँ पर हम एसेट्स क्रिएट करते हैं और लायबिलिटी को कम करते हैं, ठीक है। एसेट्स मतलब कि जो हमारी इनकम है, जो हमारी चीज़ें, जो हमने पूंजी है उसको क्रिएट करना, बनाना, और लायबिलिटी अपनी बोरो चीज़ों को कम करना, ठीक है। तो यहाँ पर क्या कहते हैं कि कैपिटल अकाउंट में 2 तरह की चीज़ें इंक्लूडेड होती हैं, नॉन डेट रिसिप्ट और डेट रिसिप्ट, ठीक है। नॉन डेट रिसिप्ट और डेट रिसिप्ट। नॉन डेट रिसिप्ट होती क्या है, जहाँ पर रिकवरी होती है, किसकी रिकवरी की बात की गई, रिकवरी ऑफ लोन एंड कैपिटल रिसिप्ट की, ठीक है, रिकवरी ऑफ लोन्स एंड कैपिटल रिसिप्ट की। और डेट रिसिप्ट में क्या क्या है, जो इनकम हमारे पास आई है, इनकम फ्रॉम मार्केट लोन्स, सिक्योरिटी इशूज एंगेज अ स्मॉल सेविंग, नबार्ड एंड अदर द कंपनसेशंस बॉन्ड्स, लोन एडवांस फ्रॉम द सेंट्रल गवर्नमेंट, ठीक है। ये सारी चीज़ें किसके अंदर आती हैं, डेट रिसिप्ट के अंदर, ठीक है। तो हमारे पास नॉन डेट में आते हैं रिकवरी ऑफ लोन एंड कैपिटल रिसिप्ट। ये जस्ट मैंने आपको रीड करवाया है, आपको याद करने की ज़रूरत नहीं है। मेरा मेन ये था कि मैंने आपको रेवेन्यू अकाउंट और जो कैपिटल अकाउंट है ये दोनों के बारे में बताना, ठीक है। मेन हमने करना है अभी रेवेन्यू अकाउंट, ठीक है। तो कैपिटल अकाउंट में 2 तरह के आते हैं, नॉन डेट रिसिप्ट और डेट रिसिप्ट, ठीक है जी, रिसिप्ट। तो आगे हम ये जो ट्रेंड है आप इसको छोड़ दीजिए, ठीक है। जो हमने अभी पीछे सारा किया है, ये कहाँ कहाँ से कौन कौन सी इनकम से, मतलब कि हर टैक्सी से कितनी कितनी इनकम आई है, तो ये सारा उसमें ये लिखा हुआ है, ठीक है। अभी नेक्स्ट देखते हैं। जैसे कि आपको पता, अगर हमने इनकम कलेक्ट की है, राज्य सरकार ने इनकम कलेक्ट की है टैक्सेस और नॉन टैक्सेस से, ठीक है, रेवेन्यू अकाउंट। सेकंड कैपिटल अकाउंट, कैपिटल अकाउंट में डेट और नॉन डेट से 2 तरीकों से उसने इनकम कलेक्ट की है। अभी दोनों तरीके से वो क्या है, इनकम को एक्सपेंडिचर भी करेगा। एक रेवेन्यू अकाउंट से उसने इनकम कलेक्ट की है, दूसरा कैपिटल अकाउंट से की है। तो अभी रेवेन्यू अकाउंट और कैपिटल अकाउंट्स में से वो एक्सपेंडिचर भी करेगा, ठीक है। वो किस तरह से करेगा आपको पता है कि फर्स्ट ऑफ ऑल रेवेन्यू एक्सपेंडिचर, खर्चे, एक्सपेंडिचर का मतलब खर्चे है, ठीक है। खर्चे किस प्रकार करेगा कि रेवेन्यू एक्सपेंडिचर तो पंजाब गवर्नमेंट इंक्लूडेड वो वाली पेमेंट है,
ऑफ द इंटरेस्ट, जो ब्याज पे करता है, जो अगर लोन लिए हैं उनकी ब्याज पे करना, सैलरीज देना, ठीक है, वेजेस देना, लगान, पेंशन, रिटायरमेंट बेनिफिट्स, पावर सब्सिडीज, डिवैल्यूएशन टू द रूरल एंड अर्बन लोकल बॉडीज, ठीक है, मिसलीसियस, ये सारे डिवैल्यूएशन ऑफ रूरल एंड अर्बन, मतलब कि जो चीज़ों की कीमत गिर रही है उनको कीमत पूरी करना, ठीक है, वो सारी इनकम की जो भरपाई है कौन कर रहा है, गवर्नमेंट करती है, ठीक है। जैसे किसी को जो चीज मतलब कि स्कूल स्टार्ट किए हैं तो उनकी सैलरीज देनी, उनके टीचर्स को, स्कूल हॉस्पिटल स्टार्ट किए तो उनके सर्विस जितने भी एम्प्लॉयज़ लगे हैं उनको पेमेंट देना, उनकी सैलरीज देना, रिटायरमेंट की पेमेंट देना, पेंशन देना, ये सारी जो इनकम है जो गवर्नमेंट देती है ना, सैलरीज के रूप में, इंटरेस्ट के रूप में, उन सभी पेमेंट्स को इंक्लूड किया जाता है रेवेन्यू एक्सपेंडिचर में, ठीक है, आमदन खर्चे ਦੇ ਵਿੱਚ इंक्लूड किया जाता है, ठीक है। इस तरह पता चलता है कि गवर्नमेंट कितना स्पेंड कर रही है, ठीक है। इतने अपने को 2020-21 ਦੇ ਵਿੱਚ ਕਹਿੰਦਾ ਉਹਨੇ ਇੰਨੇ ਕਰੋੜ ਖਰਚਾ ਕੀਤਾ ਹੈ ਜੋ ਕਿ ਇੰਨਾ ਹੁਣ ਘਟ ਗਿਆ, ਮਤਲਬ ਕਿ ਇਹਦੇ ਚੋਂ ਇੰਨਾ ਹਿਲ ਘਟ ਪਿਆ ਹੈ, ਉਹਨੂੰ ਆਦੇ ਕੋਲੋਂ ਦੇਣਾ ਪਿਆ, ਠੀਕ ਹੈ, ਸ਼ਾਰਟ ਬਾय ਇੰਨਾ ਘਟ ਗਿਆ, ਠੀਕ ਹੈ। ਫਿਰ ਉਹ ਕਿੱਥੋਂ ਪੂਰਾ ਹੁੰਦਾ, ਉਹ ਕੈਪੀਟਲ ਅਕਾਊਂਟ 'ਚ ਪੂਰਾ ਹੋ ਜਾਂਦਾ ਹੈ, ਠੀਕ ਹੈ। ਉਹ ਸਰ ਫਸਟ ਆਫ ਆਲ ਕੀ ਹੈ ਤੇ ਕੈਪੀਟਲ ਐਕਸਪੈਂਡੀਚਰ, ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੈਪੀਟਲ ਦਾ ਮਤਲਬ ਕਿ ਜਦੋਂ ਆਪਾਂ ਐਸੈਟਸ ਕ੍ਰੀਏਟ ਕਰਦੇ ਔਰ ਲਾਇਬਿਲਿਟੀ ਕਮ ਕਰਦੇ ਹਾਂ, ਠੀਕ ਹੈ, ਉਹਨੂੰ ਕਹਿੰਦੇ ਹਨ ਕੈਪੀਟਲ ਐਕਸਪੈਂਡੀਚਰ। ਇੰਕਲੂਡਡ ਦਾ ਐਕਸਪੈਂਡੀਚਰ ਇਫੈਕਟ, ਹੁਣ ਦੇਖੋ ਐਕਸਪੈਂਡੀਚਰ, ਹੁਣ ਦੇਖੋ ਆਪਾਂ ਜਦੋਂ ਖਰਚੇ ਕਰਦੇ ਹਾਂ ਤੇ ਜੇ ਆਪਾਂ ਅਕਾਊਂਟ ਦੇ ਵਿੱਚ ਐਸੈਟਸ ਬਣਾ ਰਹੇ ਹਾਂ, ਖਰਚੇ ਕਰ ਰਹੇ ਹਾਂ, ਮਤਲਬ ਕਿ ਆਪਾਂ ਆਦੀ ਪੂੰਜੀ ਦੇ ਵਿੱਚੋਂ ਕੁਝ ਹਿੱਸਾ ਦੇ ਰਹੇ ਹਾਂ, ਇਟ ਮੀਨ ਇਫੈਕਟ ਕਿਹਦੇ ਤੇ ਪਾ ਰਹੇ ਆ, ਐਸੈਟਸ ਤੇ, और क्रिएट की हो रही ने लाइबिलिटी, ठीक है। इट्स अफेक्टिंग द एसेट्स एंड लाइबिलिटी ऑफ स्टेट सच एज, फर्स्ट कहता है कि कैपिटल आउटले एग्जाम्पल एक्सपेंडिचर विच लीड टू क्रिएशन ऑफ एसेट्स एंड रीपेमेंट एंड ग्रांट ऑफ लोन बाय द स्टेट गवर्नमेंट, ठीक है। तो ये सारा क्या है, कैपिटल एक्सपेंडिचर, ठीक है। तो इस प्रकार रेवेन्यू एक्सपेंडिचर और कैपिटल। अभी देखो प्राप्तियां, रिसिप्ट भी हो गए, एक्सपेंडिचर भी हो गए। बात करते हैं हमारे पास डेट की, पब्लिक डेट। पब्लिक डेट कब होता है, पब्लिक डेट कब होता है, जब गवर्नमेंट को मतलब कि लोन लेना पड़ता है और उसके सिर पे मतलब कर्जा कंटिन्यूसली चढ़ता ही जा रहा होता है, ठीक है। तो देखो अगर वो कम हो रहा है, मतलब कि रेवेन्यू देने के बाद भी उसके पास शॉर्ट रह रही है पेमेंट की, तो गवर्नमेंट क्या है, किस में जा रहा है, डेट पे जा रहा है, और हमारा पब्लिक डेट भी हो रहा है, ठीक है। देयर इज अ ह्यूज डेट बर्डन ऑन द ट्रेजरी ऑफ द पंजाब गवर्नमेंट और बोरिंग बाय द गवर्नमेंट ऑल ऑन द राइज ओवर टाइम। अब लोग भी इतना सारा कर्जा ले रहे हैं, लोगों के ऊपर भी इतना कर्जा चढ़ रहा है, तो इसका मतलब है कि गवर्नमेंट कह रहा है कि पूरा पंजाब सरकार की बात की है तो पूरा पंजाब सरकार पूरी कर्जे में डूबता जा रहा है। यहाँ पर हमारे पास एस्टिमेशन लगाया गया है, एक्सपेक्टेड बताया गया कि 2021 और 22 में हमारे पास जो हमारा कर्जा था ना कितना बढ़ गया है, 2,82,61.88 करोड़ था, मतलब कि जो कर्जा वध चुकिया है, ठीक है, कंटिन्यूसली वधिया है। उसके बाद हम ये सीधा ये वाला टॉपिक करेंगे कि इसकी फाइनेंशियली सोल्यूशन ऑफ पंजाब, सिचुएशन ऑफ पंजाब क्या है, पंजाब की जो फाइनेंशियली सिचुएशन हम कैसे निकाल सकते हैं। पहले तो हम बात करेंगे, दो तरह से निकालते हैं, एक रेवेन्यू डेफिशिएट्स और फिजिकल डेफिशिएट, ठीक है। फर्स्ट ऑफ ऑल फिजिकल ईयर आपको पता होना चाहिए। फिजिकल ईयर 1 अप्रैल से स्टार्ट होता है और 31 मार्च को ओवर होता है, किसी भी साल का, ठीक है। 1 अप्रैल से स्टार्ट होता है और 31 मार्च को ओवर होता है, ठीक है, किसी भी ईयर का, ठीक है। तो पहले नंबर पे रेवेन्यू डेफिशिएट। अगर रेवेन्यू डेफिशिएट निकालना है तो इजी है, जो रेवेन्यू आपने रिसिप्ट कलेक्ट किए हैं और जो आपने रेवेन्यू एक्सपेंडिचर किए हैं उन दोनों का डिफरेंस है, ठीक है। अगर देखो डिफरेंस, खर्चे ज़्यादा हुए हैं, अगर खर्चे ज़्यादा हुए हैं तो रिसिप्ट कम हुए हैं, प्राप्ति कम हुई है, इट मीन आप क्या हो, कर्जाए में हो, आप लॉसेस में हो, ठीक है। कहता है इट इज़ अ एक्सेस, इसका मतलब डेफिशिएट, आप कमी में हो, मतलब कि लॉसेस में हो। अगर आपके खर्चे क्या है, किसके ऊपर है, रिसिप्ट के ऊपर है। अगर आपके खर्चे प्राप्तियों से ज़्यादा है तो आप क्या है, रेवेन्यू डेफिशिट्स में है। अगर ये कम होंगे तो ही आपके राज्य के पास थोड़ी इनकम बचेगी और उसको बाद में किसी और चीज़ पे लगा पाएंगे और आप मतलब कि सरप्लस में जाओगे। पर डेफिशिट तभी होता है, डेफिशिट में, कि अगर खर्चे ज़्यादा हैं और रिसिप्ट क्या है, कम है, ठीक है, दैट इज़ अ रेवेन्यू डेफिशिट।
अब बात करते हैं फिजिकल डेफिसिट की। फिजिकल डेफिसिट का भी वही है कि अगर टोटल एक्सपेंडिचर, अभी यहाँ पर बात करते हैं टोटल एक्सपेंडिचर ओवर किसके, टोटल रिसिप्ट के। ये भी कहता है कि डेफिसिट तब भी होगा जब खर्चे क्या है रिसिप्ट से ज्यादा होंगे, पर कौन से, टोटल। ठीक है, टोटल एक्सपेंडिचर कैसे बनता है, टोटल एक्सपेंडिचर बनता है जो रेवेन्यू अकाउंट पढ़ा था हमने एक्सपेंडिचर और कैपिटल एक्सपेंडिचर दोनों का टोटल। उसी तरह टोटल रिसिप्ट कैसे होंगे, रेवेन्यू रिसिप्ट और कैपिटल रिसिप्ट, इन दोनों का टोटल कर लो और उन दोनों को क्या करोगे, माइनस, जो हमने पहले पढ़े थे। जैसे कि देखो यहाँ पे देखो, अगर रेवेन्यू डेफिसिट की बात कर रहे हैं तो हम कह रहे हैं कि रेवेन्यू एक्सपेंडिचर ज्यादा है किससे, रेवेन्यू रिसिप्ट से, अगर हम ओनली रेवेन्यू की ही बात करें। ठीक है, अगर हम करते हैं फिजिकल डेफिसिट की तो वो टोटल की बात करेंगे, जो हमने रेवेन्यू एक्सपेंडिचर और कैपिटल एक्सपेंडिचर की उन दोनों का प्लस, इट मीन टू से दैट टोटल एक्सपेंडिचर। अगर हमने रेवेन्यू रिसिप्ट और कैपिटल रिसिप्ट का टोटल करते हैं, ठीक है, वो क्या बन जाएगा, टोटल रिसिप्ट। ठीक है, तो उसको अगर ये कम हो गए किससे, टोटल एक्सपेंडिचर से, और ये ज्यादा हो गए टोटल रिसिप्ट से, तो इट मीन टू से दैट फिजिकल डेफिसिट। ठीक है, अगर ये ज्यादा हुए और ये कम हुए फिर सरप्लस पे चला जाएगा, फिर डेफिसिट में नहीं है हम। ठीक है, इस तरह क्या हो गया, हमारे डेफिसिट्स भी निकल जाते हैं। अगर रेवेन्यू का निकालना है ओनली डेफिसिट तो रेवेन्यू वाला ही, अगर फिजिकल का निकालना तो दोनों का प्लस करके रेवेन्यू और कैपिटल प्लस करेंगे एक्सपेंडिचर, रेवेन्यू और कैपिटल प्लस करेंगे रिसिप्ट, और उससे निकलेगी टोटल एक्सपेंडिचर और टोटल रिसिप्ट। इस प्रकार हमारी फिजिकल डेफिसिट और रेवेन्यू डेफिसिट भी निकल आएंगे। इसके साथ हमारा ये चैप्टर क्या होता है, खत्म होता है। चैप्टर ये खत्म होता है। आज के लिए इतना ही। थैंक यू एंड हैव अ नाइस डे।